ਭੱਲਾ ਜੀ ਕਹਿ ਰਹੇ ਨੇ ਕਿ ਇੱਥੇ ਨਾ ਜੋੜੀਆਂ ਬਣ ਗਈਆਂ ਹਨ, ਬਿੰਨੂ ਜੀ ਦੀ ਔਰ ਕਵਿਤਾ ਮੈਮ ਦੀ, ਸੋਨਮ ਔਰ ਗਿੱਪੀ ਦੀ, ਮੈਂ ਬਹਿ ਗਿਆ ਸਮੀਪ ਕੰਗੀ। ਸਹੀ ਗੱਲ ਹੈ ਭੱਲਾ ਸਾਹਿਬ ਨੇ ਬੜੀ ਟਰਾਈ ਕੀਤੀ ਵੀ ਕੋਈ ਨਾ ਕੋਈ ਕਹਿੰਦੇ ਨਹੀਂ, ਕਹਿੰਦੇ ਮੈਨੂੰ ਕਹਿੰਦੇ ਸਮੀਪ ਨਾਲ ਹੀ ਬਣਾਉਣੀ ਪੈਣੀ ਹੈ। ਇੱਕ ਫੈਮਿਲੀ ਤਰ੍ਹਾਂ ਕੰਮ ਕੀਤਾ ਔਰ ਉਹ ਬੌਂਡਿੰਗ, ਉਹ ਕੈਮਿਸਟਰੀ ਤੁਹਾਨੂੰ ਸਾਡੀ ਜਿਹੜੀ ਫਿਲਮ ਲੱਗਣੀ ਹੈ ਉਦੋਂ ਤੁਹਾਨੂੰ ਨਜ਼ਰ ਆਊਗੀ। ਕਮਾਲ ਹੈ ਯਾਰ, ਇੱਕ ਟੱਬਰ ਸੱਚੀ ਹੋਏ ਪਰਿਵਾਰ ਇਦਾਂ ਹੀ, ਇਦਾਂ ਦਾ ਪਰਿਵਾਰ ਹੀ ਹੈ, ਸੱਚੀ ਹੋਏ ਇਦਾਂ ਹੀ ਕਰ ਰਹੇ ਨੇ, ਤੁਹਾਨੂੰ ਰੀਅਲਿਸਟਿਕ ਲੱਗਣਗੇ ਉਹ ਸਾਰੇ ਕਰੈਕਟਰ। ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਜਿਵੇਂ ਐਪਸ ਦੀ ਗੱਲ ਚੱਲਦੀ ਹੈ, ਫਿਟਨੈਸ ਦੀ ਗੱਲ ਚੱਲਦੀ ਹੈ, ਤੁਸੀਂ ਕੈਰੀ ਔਨ ਜੱਟਾ ਦੇਖ ਕੇ ਫਿੱਟ ਹੋ ਜਾਓਗੇ ਭਲਾ ਦੀ ਕਿੱਦਾਂ, ਕਿਉਂਕਿ ਉੱਥੇ ਹਾਸੇ ਇੰਨੇ ਆਉਣ ਵਾਲੇ ਆ, ਇੰਨਾ ਹਾਸਾ ਆਊਗਾ ਤੁਹਾਡੇ ਐਪਸ ਬਣ ਜਾਣੇ ਜੀ। ਤਿਆਰ ਹੋ ਜਾਓ 29। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਇੱਥੇ ਨਾ ਅੱਜ ਪ੍ਰਮੋਸ਼ਨਸ ਚੱਲ ਰਹੀਆਂ ਨੇ ਤੇ ਇੰਟਰਵਿਊਜ਼ ਬੈਕ ਟੂ ਬੈਕ ਚੱਲ ਰਹੀਆਂ ਨੇ। ਇੱਥੇ ਬਣੀਆਂ ਹੋਈਆਂ ਨੇ ਜੋੜੀਆਂ। ਸੋ ਬਿੰਨੂ ਜੀ ਔਰ ਕਵਿਤਾ ਮੈਮ ਸਾਡੇ ਨਾਲ ਹੈਗੇ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਦੈਨਿਕ ਸਵੇਰਾ ਤੇ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਤਾ ਤੁਹਾਨੂੰ ਮੈਂ ਜੋੜੀਆਂ ਦਾ ਕਿਉਂ ਜ਼ਿਕਰ ਕੀਤਾ? ਜੀ ਦੱਸੋ। ਕਿਉਂਕਿ ਭੱਲਾ ਜੀ ਕਹਿ ਰਹੇ ਨੇ ਕਿ ਇੱਥੇ ਨਾ ਜੋੜੀਆਂ ਬਣ ਗਈਆਂ ਹਨ, ਬਿੰਨੂ ਜੀ ਦੀ ਔਰ ਕਵਿਤਾ ਮੈਮ ਦੀ, ਸੋਨਮ ਔਰ ਗਿੱਪੀ ਦੀ, ਮੈਂ ਬਹਿ ਗਿਆ ਸਮੀਪ ਕੰਗੀ। ਸਹੀ ਗੱਲ ਹੈ ਭੱਲਾ ਸਾਹਿਬ ਨੇ ਬੜੀ ਟਰਾਈ ਕੀਤੀ ਵੀ ਕੋਈ ਨਾ ਕੋਈ ਕਹਿੰਦੇ ਨਹੀਂ, ਕਹਿੰਦੇ ਮੈਨੂੰ ਕਹਿੰਦੇ ਸਮੀਪ ਨਾਲ ਹੀ ਬਣਾਉਣੀ ਪੈਣੀ ਹੈ। ਕਹਿੰਦੇ ਬਿੰਨੂ ਲੈ ਕੇ ਬਹਿ ਗਿਆ ਕਵਿਤਾ ਨੂੰ, ਤੇ ਉਹ ਲੈ ਕੇ ਬਹਿ ਗਿਆ ਸੋਨਮ ਨੂੰ। ਮੈਂ ਤਾਂ ਫਿਰ ਸਮੀਪ ਜੀ ਦੇ ਨਾਲ ਹੀ ਬਹਿਣਾ ਸੀ। ਜੇ ਭੱਲਾ ਸਾਹਿਬ ਦਾ ਬੱਸ ਚੱਲੇ ਨਾ, ਸੋਨਮ ਤੇ कविता जी ਕੱਲੀ ਲੈ ਕੇ ਬਹਿ ਜਾਣ, ਉਹ ਤਿਉੜੀ ਬਣਾ ਲੈਣ। एक्चुअली नेक्स्ट फिल्म अभी अनाउंस करने वाले हैं जिसमें ट्रायंगल लव स्टोरी है। 2 हीरोइन है, सोनम एंड मी, एंड हीरो भल्ला ਸੋ ਤੁਹਾਨੂੰ ਨਹੀਂ ਲੱਗਦਾ ਯਾਰ, ਤੁਸੀਂ ਕਹਿ ਰਹੇ ਸੀਗੇ ਕਿ ਭੱਲਾ ਜੀ ਮੇਰੀਆਂ ਲੁਕ ਕੇ ਫੋਟੋਆਂ ਲੈਂਦੇ ਨੇ ਤੇ ਬਿੰਨੂ ਜੀ ਤਾਂ ਤੁਹਾਡੀ ਐ ਡਾਇਰੈਕਟ ਫੋਟੋਆਂ ਖਿੱਚ ਰਹੇ ਸੀਗੇ ਹੁਣੇ। उनको तो काम दिया हुआ है ना मैंने, वो सैलरी पे है। ਓਕੇ, ਕਿਵੇਂ ਇੰਜੋਏ ਕਰ ਰਹੇ ਹੋ ਇਸ ਕੰਮ ਨੂੰ? ਬਹੁਤ ਜ਼ਿਆਦਾ ਵਧੀਆ ਜੀ। ਇਸ ਤੋਂ ਬਾਅਦ ਇਹੀ ਕੰਮ ਕਰਨਾ ਆਪਾਂ। नहीं एक्चुअली इसलिए बीनू जी को फोन पकड़ा देते हैं हम हमारी फोटो खींचने के लिए, बिकॉज he has a very good eye for camera and framing and look also। क्योंकि देखो आप खुद उन्होंने अपना लुक कितना अच्छा मेंटेन किया हुआ है। आप उनकी पिक्चर्स देखो जो हमने लंदन में लिए हैं, he is looking like a Hollywood actor। इसलिए हम इनसे ही कराते हैं कि नहीं, आपका लुक अच्छा, आपको पता है कि एंगल अच्छा है, फ्रेम कितना बेस्ट रहेगा। सो क्या बात है, तारीफां हो रही है ना। ਦੇਖ ਲਓ ਜੀ, ਐਕਚੁਅਲੀ ਫੋਟੋ ਮੇਰੇ ਤੋਂ ਤਾਂ ਕਰਾਉਂਦੇ ਨੇ ਕਿਉਂਕਿ ਜੇ ਭੱਲਾ ਸਾਹਿਬ ਤੋਂ ਫੋਟੋ ਕਰਾਉਣ ਉਹ ਭੁੱਲ ਜਾਂਦੇ ਨੇ ਵੀ ਇਹਦਾ ਨੰਬਰ ਤਾਂ ਮੇਰੇ ਕੋਲ ਹੈਗਾ, ਫੇਰ ਹੀ ਮੰਗ ਲੈਂਦੇ ਨੇ, ਕਹਿੰਦੇ ਨੰਬਰ ਦੇ। ਓ ਯਾਰ ਬਟ ਇਟਸ ਓਕੇ, ਮਤਲਬ ਮਜ਼ਾ ਆ ਰਿਹਾ ਹੈ ਨਾ। ਉਹ ਵੀ ਕਹਿ ਰਹੇ ਨੇ ਕਿ ਮੈਂ ਵੀ ਇੰਜੋਏ ਕਰ ਰਿਹਾ ਪ੍ਰਮੋਸ਼ਨਲ ਟੂਰ, ਤੁਸੀਂ ਇੰਜੋਏ ਕਰ ਰਹੇ ਹੋ ਕਿਉਂਕਿ ਦੇਖ ਰਹੇ ਹੋ ਤੁਹਾਨੂੰ ਜਗ੍ਹਾ ਜਗ੍ਹਾ ਤੇ। ਕਪਿਲ ਦੇ ਸ਼ੋਅ 'ਚ ਵੀ ਹੋ ਕੇ ਆਏ ਹੋ ਤੁਸੀਂ, ਔਰ ਬੰਬੇ ਤੁਹਾਡਾ ਟ੍ਰੇਲਰ ਲਾਂਚ ਵੀ ਹੋਇਆ। ਸੋ ਕਿਸ ਤਰ੍ਹਾਂ ਦਾ ਸੀਗਾ? ਕਪਿਲ ਜੀ ਤਾਂ ਵੈਸੇ ਕਹਿ ਰਹੇ ਸੀਗੇ ਕਿ ਤੁਹਾਡੇ ਤੋਂ ਤਾਂ ਮੈਨੂੰ ਲੱਗਦਾ ਕਾਂਸਟੇਬਲ ਵੀ ਉੱਠ ਕੇ ਸਲੂਟ ਕਰਨ ਲੱਗ ਜਾਂਦੇ ਨੇ, ਇੰਨਾ ਡਰ ਪਾਤਾ ਤੁਸੀਂ ਸਾਰਿਆਂ ਨੂੰ। एक्चुअली कपिल एक बहुत पुराने दोस्त हैं, तो हमारी ना बहुत सारी ऐसी बातें हैं, प्लस सिमिलैरिटीज़ बहुत हैं। उनके पिताजी भी पुलिस में थे, मेरे पिताजी भी पुलिस में थे। उनका एक जो पुलिस का कैरेक्टर प्ले करते हैं वो उनके बड़े दिल के करीब है। प्लस चंद्रमुखी आई यूज्ड टू प्ले। प्लस जब हम एक साथ कॉमेडी सर्कस करते थे तो बहुत हमारी स्क्रिप्ट लेवल पे खूब नोक झोंक होती थी। तो वी हैव अ वंडरफुल हिस्ट्री एंड आई रियली केयर फॉर कपिल। आई जेन्युइनली केयर फॉर हिम बिकॉज आई नो कि उसका दिल कितना सच्चा है। इसलिए मुझे उसकी फ़िक्र अब तो नहीं होती। अब तो ही इज़ वेरी हैप्पी एंड विद गिन्नी एंड बहुत प्यारे बच्चे हैं एंड एवरीथिंग। बट अर्लियर आई यूज्ड टू वरी कि इतना इसका भोला दिल है। सो या लाइक दैट। सो आफ्टर एंड आई रिमेंबर जब ये शुरू कर रहे थे कॉमेडी नाइट्स अपना, तो इन्होंने मुझे ना वो उनकी वाइफ का रोल ऑफ़र किया था। बट तब मैं एक तो FIR कर रही थी, प्लस मुझे ना बहुत ज़्यादा एक टाइम पे काम पकड़ना डर लगता है मुझे, क्योंकि मुझे लगता है यार मैं लाइफ जीना कहीं मेरे से छूट ना जाए। क्योंकि मेरा बचपन हॉस्टल में बीता है ना, तो मैंने कभी वो घर वाला वो इन्जॉय नहीं किया। फैमिली लाइफ, पर्सनल लाइफ मैंने उतनी इन्जॉय नहीं की, क्योंकि कॉलेज तक आई वाज इन अ हॉस्टल। और मैं हमेशा इमेजिन करती थी कि मैं अपना एक वर्ल्ड क्रिएट करूँगी जहाँ मैं थोड़ा ज़िंदगी जीऊँगी, एडवेंचर स्पोर्ट्स करूँगी, खेती करूँगी, जानवर होंगे। वो मैंने ना अब अचीव किया है at 40। सो टॉकिंग अबाउट दैट, जब उन्होंने वो मुझे ऑफ़र किया था तो मैंने उनको यही बोला कि यार अभी थोड़ा बिजी हूँ, और तेरे शो पे तो तब आने का मज़ा है जब अपनी फिल्म लेके आऊँ प्रमोट करने के लिए। हाँ, सो ऑल्दो आई हैव गॉन, 1-2 बार झलक जब कर रही थी वो प्रमोट करने गई थी, लेकिन वो मज़ा नहीं आया। इस बार जो मज़ा आया ना आफ्टर लाइक सो मेनी ईयर्स, बिकॉज वेरी प्राउड कि इतनी बड़ी फिल्म विद सच अमेजिंग को एक्टर्स के साथ वी वेंट टू प्रमोट। तो उसका एक अलग मज़ा था, एक अलग, कहते हैं ना पुराने दोस्त जब मिलके बैठते हैं। बिल्कुल मुझे लग ही नहीं रहा था मैं किसी शो में आई हूँ। मैं तो बिल्कुल थोड़ी देर में चौकड़ी मार के बैठने वाली थी सोफे पे और बस गप्पे करना था। फॉर मी इट वॉज वेरी इनफॉर्मल।
क्या बात है। सो बिन्नू जी ਅੱਜ ਯੋਗਾ ਡੇ ਵੀ ਹੈ ਤੇ ਵਰਲਡ 뮤직 ਡੇ ਵੀ ਹੈ, ਸੋ ਕੀ ਕਹਿੰਦੇ ਹੋ ਕਿਉਂਕਿ ਫਿਟਨੈਸ ਦੀ ਕਿਉਂਕਿ ਫਿਟਨੈਸ ਦਾ ਜ਼ਿਕਰ ਤਾਂ ਇਹਨਾਂ ਨੇ ਪਹਿਲਾਂ ਕਰ ਦਿੱਤਾ। ਯੋਗਾ ਦੇ ਦੇਖੋ ਸਾਡੇ ਚ ਮਾਹਰ ਹੈਗੇ ਨੇ ਇਕੱਲੇ ਕਵਿਤਾ ਜੀ ਬਹੁਤ ਯੋਗਾ ਕਰਦੇ ਨੇ ਬਹੁਤ ਟਾਈਮ ਦੇ ਹੈ ਨਾ, ਬਹੁਤ ਟਾਈਮ ਪਹਿਲਾਂ ਦਾ। ਸੋ ਵਰਲਡ 뮤직 ਡੇ ਹੈ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜ਼ਿੰਦਗੀ ਸਾਰਿਆਂ ਦੀ ਇੱਕ ਤਰੰਗ ਵਾਂਗ ਹੋਣਾ ਚਾਹੀਦੀ ਹੈ ਨਾ, ਸਾਰਿਆਂ ਦੇ ਸਾਰੇ ਸੁਰ ਲੱਗਣੇ ਚਾਹੀਦੇ ਆ, ਸਾਰੇ ਸੁਰ ਹੋਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ। ਸਾਰਿਆਂ ਨੂੰ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰਾ ਪਿਆਰ। ਕਿੰਨਾ ਕੁ ਯੋਗਾ ਕੀਤਾ ਅੱਜ, ਕਿਸ ਤਰ੍ਹਾਂ ਦੀ ਮਾਰਨਿੰਗ ਸੀ? ਨਹੀਂ ਅੱਜ ਤਾਂ ਆਹੀ ਸੀ, ਹੁਣ ਤਾਂ ਆਹੀ ਹੈਕਟਿਕ ਚੱਲ ਰਿਹਾ ਜੀ ਸਾਰਾ, ਕਿਉਂਕਿ ਕੈਰੀ ਔਨ ਜੱਟਾ 3 ਦੀ ਪ੍ਰੋਮੋਸ਼ਨ ਹੈ, ਸਭ ਤੋਂ ਵੱਡੀ ਫਿਲਮ ਹੈ। ਔਰ ਉਹੀ ਹੈ ਜਿਵੇਂ ਬੱਚੇ ਨੇ 10ਵੀਂ ਦੇ ਪੇਪਰ ਦਿੱਤੇ ਹੁੰਦੇ ਨੇ ਨਾ, ਹੁਣ ਰਿਜ਼ਲਟ ਦੀ ਵੇਟ ਹੈ। ਵੀ ਆਰ ਵੈਰੀ ਕੌਨਫੀਡੈਂਟ ਵੀ ਸਾਰੇ ਕੁਐਸਚਨ ਅਸੀਂ ਬੜੇ ਸਹੀ ਕੀਤੇ ਆ, ਪਰ ਫਿਰ ਵੀ ਇੱਕ ਵਾਰੀ ਉਹ ਵਾਹਿਗੁਰੂ ਦੀਆਂ ਬਲੈਸਿੰਗਸ ਐਂਡ ਸਾਰਿਆਂ ਦਾ ਪਿਆਰ ਚਾਹੀਦਾ ਹੈ ਨਾ, ਕਿਉਂਕਿ ਸਭ ਤੋਂ ਵੱਡੀ ਫਿਲਮ ਹੈ। ਐਂਡ ਮੇਰੀ ਦਿਲੀ ਖੁਆਇਸ਼ ਹੈ ਵੀ ਇਸ ਪਾਰਟ ਦੇ ਵਿੱਚ ਅਸੀਂ ਇਹ ਜਿਹੜਾ ਹਿਸਟਰੀ ਕ੍ਰੀਏਟ ਹੋਣ ਜਾ ਰਹੀ ਹੈ, ਮੈਨੂੰ ਲੱਗਦਾ ਹਿਸਟਰੀ ਕ੍ਰੀਏਟ ਹੋਵੇ, ਵਾਹਿਗੁਰੂ ਹੈ ਨਾ, ਕ੍ਰਾਸ ਦ ਫਿੰਗਰਸ ਵੀ ਬਾਬਾ ਇੱਦਾਂ ਕਰੇ ਕਿ ਉਹਦੇ ਅਸੀਂ ਹਿੱਸੇਦਾਰ ਹੋਈਏ। ਸਾਡੇ ਰਹਿੰਦੇ ਸਾਨੂੰ ਐਂ ਲੱਗੇ ਵੀ ਸਾਡੀ ਇੰਡਸਟਰੀ ਵੀ 100 ਕਰੋੜ ਕਰੇ ਹੈ ਨਾ, ਤਾਂ ਉਹ ਬੜੀ ਇੱਕ ਆਪਦੇ ਮਨ ਨੂੰ ਹੈਗੀ ਹੈ, ਤਾਂ ਇਮਾਨਦਾਰੀ ਨਾਲ ਲੱਗੇ ਹੋਏ ਸਾਰੇ ਜਾਣੇ ਇਹਨੂੰ ਪ੍ਰਮੋਟ ਕਰਨ। ਜੀ ਸੋ ਕਵਿਤਾ ਮੈਮ, ਤੁਹਾਡਾ ਕਿਸ ਤਰ੍ਹਾਂ ਦਾ ਸੀਗਾ ਅੱਜ ਦੀ ਸਵੇਰ, ਕਿਉਂਕਿ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਬਹੁਤ ਜ਼ਿਆਦਾ ਯੋਗਾ ਕਰਦੇ ਹੋ। सी फेजेस होते हैं मेरे, जब मैं बहुत ज़्यादा करती हूँ, और फिर मेरे फेजेस होते हैं जब मैं ट्रैवलिंग पे चली जाती हूँ। तो जब मैं थोड़ा ट्रैवल पे चली जाती हूँ, घूमने लगती हूँ, तो ऑब्वियसली थोड़ा सा ना रूटीन बिगड़ जाता है। मैं खाती पीती ज़्यादा हूँ, मैं फिर परहेज़ नहीं करती बिनू जी की तरह। जैसे ये नहीं खाते शुगर, मतलब बिल्कुल भी नहीं लेते, और मेरे सामने अगर एक अच्छा सा चॉकलेट केक आ गया देन आई वोंट बी एबल टू रेजिस्ट इट, तो मैं वो खा लेती हूँ। तो मेरे फेजेस आते हैं जब सडनली थोड़ा वेट दिखने लगता है। इनफैक्ट बिनू जी मुझे ही मेक्स मी फील रेचेड। क्या हुआ था मैं बताती हूँ। जब मुझे ये ऑफर हुई थी कैरी ऑन जट्टा, आई वाज लाइक ओ माय गॉड, आई हैव टू वर्क आउट, एंड मैंने खूब योगा किया, एब्स निकाल लिए। अब मेरा ना घट भी जल्दी आता है और मेरा आ भी जल्दी आता है। तो अब हम वहाँ गए तो कुछ ऐसा लोकेशन, हाँ, द क्वीन डाइड इन इंग्लैंड, तो उनकी वजह से ना थोड़ा सा हमारा शेड्यूल ऊपर नीचे हो गया, बिकॉज वी कुडंट शूट वो आउटडोर वगैरह। तो हम लोग शुरू के हफ्ता 10 दिन ना बैठे रहे। अब बैठे रहे, बिन्नू जी तो होते थे जिम में, मैं होती थी अलग अलग रेस्टोरेंट्स में, अलग अलग कैफेज में, बर्गर खा रही हूँ ये वो। तो मुझे लगा नहीं आएगा, अभी तो ऐप निकाले। मेरा 10 दिन में गाल निकल आए, और हम एक सीक्वेंस शूट कर रहे थे जहाँ मुझे लहंगा पहनना था ना, लुकिंग लाइक सुमो रेसलर, एंड बिनू जी लाइक एक ही कितना है, एक ही छड़ दिता सब कुछ, एंड ही मेड मी फील सो रेचेड। ਨਹੀਂ ਓਬਵੀਅਸਲੀ ਥੋੜਾ ਜਿਹਾ ਹੁੰਦਾ ਹੈ, ਪਹਿਲਾਂ ਤੁਸੀਂ ਉਹਦੇ ਬਾਰੇ ਕਰੈਕਟਰ ਬਾਰੇ, ਜਦੋਂ ਕਰੈਕਟਰ ਮਿਲ ਗਿਆ ਛੱਡ ਹੀ ਦਿੱਤਾ, ਉਸ ਤੋਂ ਬਾਅਦ ਵੀ ਨਹੀਂ ਇਹ ਕਰਨਾ ਹੀ ਨਹੀਂ ਨਾ, ਵੀ ਚਲੋ ਕੁਝ ਵੀ ਲਾਈਕ ਖਾਂਦੇ ਰਹੋ। ਫਿਰ ਮੈਨੂੰ ਐਂ ਲੱਗਿਆ ਵੀ ਸਾਰੇ ਕਿਉਂਕਿ ਇਹਨਾਂ ਬਾਰੇ ਬੜਾ ਸਾਰੇ ਲੋਕ ਦੇਖਦੇ ਨੇ ਵੀ ਯੋਗਾ ਬਹੁਤ ਕਰਦੇ ਨੇ, ਇਦਾਂ ਕਰਦੇ ਨੇ, ਫਿਟਨੈਸ ਫਰੀਕ ਹੈਗੇ ਨੇ, ਤਾਂ ਇੱਕੋ ਦਮ ਹੀ ਐਡੀ ਟਮੀ ਕੱਢ ਲਈ ਉੱਥੇ। सो इट्स वही बात है कि थोड़ा सा ना आई बिलीव इन लिविंग ऑल्सो। तो मैं बाबा रामदेव थोड़ी मैं कि रोज लुंगी पहन के अपना नो अगेन 50-50 रहता है मेरा। एंड ये चीज़ मुझे कई लोग कहते थे कि देख लेना आफ्टर 30 मेटाबॉलिज्म कम होता है। मुझे लगता था कुछ नहीं होता ऐसा, क्योंकि मैं तो 2 दिन स्ट्रेनियस योगा कर लेती थी और मेरे बिस्किट्स निकल आते थे। अब नहीं होता जी, अब लग जाता है, जो खाओ रुकता है वो, उसको निकालने के लिए तो मेहनत करनी पड़ती है। सो या तो बिन्नू जी जिन्ना मैम खुल के ਗੱਲਾਂ ਕਰਦੇ ਨੇ, ਜਿੰਨਾ ਮੈਮ ਖੁੱਲ ਕੇ ਹੱਸਦੇ ਨੇ, ਸੋ ਮੈਨੂੰ ਲੱਗਦਾ ਹੈ ਕਿ ਸੈੱਟ ਤੇ ਬਹੁਤ ਵਧੀਆ ਮਾਹੌਲ ਰਹਿੰਦਾ ਹੋਏਗਾ, ਬਹੁਤ ਲੋਕ ਪੋਜ਼ਿਟਿਵ ਵੀ ਹੋਏ ਹੋਣਗੇ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ ਨਾ, ਦਿਲ ਦੇ ਬੜੇ ਸਾਫ਼ ਹੁੰਦੇ ਨੇ ਔਰ ਬੜੇ ਖੁੱਲ ਕੇ ਸਾਹਮਣੇ ਆਉਣ ਵਾਲੇ। ਸਾਰੀ ਕੈਰੀ ਔਨ ਜੱਟਾ ਦੀ ਟੀਮ ਸਾਰੀ ਉਹ ਖੁੱਲ ਕੇ ਹੱਸਣ ਵਾਲੀ ਹੈ ਜੀ, ਤਾਂ ਹੀ ਕੈਰੀ ਔਨ ਜੱਟਾ ਬਣਦੀ ਹੈ। ਕਿਉਂਕਿ ਕਿਸੇ ਦੇ ਮਨ 'ਚ ਵੀ ਗਿਲਾ ਸ਼ਿਕਵਾ ਜਾਂ ਇੱਦਾਂ ਇੱਕ ਦੂਜੇ ਦੀਆਂ ਰੰਜਿਸ਼ਾਂ ਹੋਣ, ਕਿਸੇ ਨੂੰ ਐਂ ਲੱਗੇ ਵੀ ਇਹਦਾ ਡਾਇਲੋਗ ਵੱਧਦਾ, ਕਿਸੇ ਨੂੰ ਲੱਗੇ ਇਹਦਾ ਕਰੈਕਟਰ ਵੱਧਦਾ, ਜਾਂ ਇਹਦੇ ਕੋਲੇ ਗਾਣਾ ਆ ਗਿਆ, ਇੱਦਾਂ ਦਾ ਕੁਝ ਵੀ ਨਹੀਂ। ਇੱਕ ਫੈਮਿਲੀ ਤਰ੍ਹਾਂ ਕੰਮ ਕੀਤਾ, ਔਰ ਉਹ ਬੌਂਡਿੰਗ, ਉਹ ਕੈਮਿਸਟਰੀ ਤੁਹਾਨੂੰ ਸਾਡੀ ਜਿਹੜੀ ਫਿਲਮ ਲੱਗਣੀ ਉਦੋਂ ਤੁਹਾਨੂੰ ਨਜ਼ਰ ਆਊਗੀ ਵੀ ਕਮਾਲ ਆ ਯਾਰ, ਇੱਕ ਟੱਬਰ ਸੱਚੀ ਹੋਏ ਪਰਿਵਾਰ ਇੱਦਾਂ ਹੀ, ਇੱਦਾਂ ਦਾ ਪਰਿਵਾਰ ਹੀ ਹੈ, ਸੱਚੀ ਹੋਏ ਇੱਦਾਂ ਹੀ ਕਰ ਰਹੇ ਨੇ, ਤੁਹਾਨੂੰ ਰੀਅਲਿਸਟਿਕ ਲੱਗਣਗੇ ਉਹ ਸਾਰੇ ਕਰੈਕਟਰ। ਸੋ ਕਵਿਤਾ ਮੈਮ, ਤੁਸੀਂ ਟੀਵੀ 'ਚ ਕੰਮ ਕੀਤਾ ਬਹੁਤ, ਤੁਹਾਨੂੰ ਅਸੀਂ ਦੇਖਿਆ ਵੀ ਹੈ, ਤੁਹਾਡੀ ਇੱਕ ਅਲੱਗ ਪਰਸਨੈਲਿਟੀ ਹੈ ਜਿਸ ਤੋਂ ਸਾਰੇ ਲੋਕ ਡਰਦੇ ਵੀ ਨੇ। ਸੋ ਸੈੱਟ ਤੇ ਕਿਸੇ ਨੂੰ ਡਰਾਇਆ ਤਾਂ ਨਹੀਂ? नो लाइक आई सेड कि ना मेरी अभी मैं जैसे कह रही थी स्टेज पे, आई थिंक आई हैव अ मल्टीपल पर्सनैलिटी डिसऑर्डर, बिकॉज अगेन आई एम नॉट ट्राइंग टू मेक fun of anyone's mental condition, because I battle a lot of mental issues myself. So I feel that मेरी बहुत अलग अलग पर्सनैलिटीज़ हैं, निकल के आती हैं, एंड समवेयर मेरी एक ऐसी भी पर्सनैलिटी है वेयर आई एम वेरी क्वाइट। जब मैं सिर्फ ऑब्जर्व करती हूँ, मेरे को बिल्कुल एक ऑब्जर्वेशनल मोड में चली जाती हूँ, एंड आई एम नॉट
so like boisterous. But again, there is a boisterous personality also, and वो यार पता है माहौल और जगह देख के निकलती है. अगर आपको कोई सीन परफॉर्म करना है या अगर आपका कैरेक्टर आपके हाथ में नहीं है और आप एम ही यू नो उछले जा रहे हो, तो देन उसका भी मतलब नहीं है. सो यू नो व्हेन यू कम ऑन द सेट, यस all that is great that everyone is good and like a family, but बहुत पैसा लगा हुआ है बॉस. we are supposed to do a comedy है, but it's serious business. अगर आप हंसाओगे नहीं, एज एन अगर ऑडियंस हंस नहीं रहे हो, नहीं रही है, तो आप फेल हो गए हो. सो उसका डर हर किसी को होता है कि हमारी परफॉर्मेंस कहीं सीन को ठंडा ना कर दे या कहीं ऑडियंस हमसे कनेक्ट ना हुई तो क्या होगा. सो आई थिंक फिल्म मेकिंग इज ऑल्सो वेरी सीरियस बिजनेस, ऑफ कोर्स कीपिंग इन माइंड दैट इट्स, जब आप साथ काम करते हो, उठते बैठते हो, खाते पीते हो, एक दूसरे की केयर करते हो, यू बिकम लाइक अ फैमिली. बट एट द एंड ऑफ द डे वी आर हियर टू डू अ वेरी सीरियस जॉब. ਕਿਉਂਕਿ ਅੱਜ ਦਾ ਜਿਹੜਾ ਦੌਰ ਹੈ, ਲੋਕ ਬਹੁਤ ਜਲਦੀ ਸਟ੍ਰੈਸਡ ਹੁੰਦੇ ਨੇ, ਬਹੁਤ ਟੈਨਸ਼ਨਾਂ ਨੇ. ਸੋ ਮੈਨੂੰ ਲੱਗਦਾ ਕਿ ਕੈਰੀ ਔਨ ਜੱਟਾ 3 ਜਿਹੜੀ ਫਿਲਮ ਆ, ਇਹ ਹਰ ਕਿਸੇ ਦੇ ਚਿਹਰੇ ਤੇ ਰੌਣਕ ਲੈ ਕੇ ਆਏਗੀ. ਕਿਉਂਕਿ ਅਸੀਂ ਤਾਂ ਕਹਿੰਦੇ ਆ ਨਾ ਕਿ ਕਪਿਲ ਸ਼ਰਮਾ ਦਾ ਸ਼ੋਅ ਦੇਖ ਕੇ ਸਾਡੇ ਚਿਹਰੇ ਤੇ ਖੁਸ਼ੀ ਆ ਜਾਂਦੀ. ਮੈਨੂੰ ਲੱਗਦਾ ਕਿ ਹੁਣ ਕੈਰੀ ਔਨ ਜੱਟਾ ਜਿਹੜੀ ਸੀਰੀਜ਼ ਚੱਲਦੀ ਆ ਰਹੀ ਹੈ, ਇਹ ਦੇਖ ਕੇ ਹੁਣ ਲੋਕਾਂ ਦੇ ਜਿਹੜੇ ਢਿੱਡੀ ਪੀੜਾ ਪੈਣਗੀਆਂ. 100% ਜੀ, ਸਾਰਿਆਂ ਦੀ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ ਕੈਰੀ ਔਨ ਜੱਟਾ ਤੋਂ, ਕਿਉਂਕਿ ਬ੍ਰਾਂਡ ਹੈ ਜੀ. ਫਸਟ ਨੇ ਬਹੁਤ ਤੇ ਸੈਕੰਡ ਨੇ ਦੇਖੋ ਅੱਜ ਤੱਕ ਦਾ ਇਤਿਹਾਸ ਹੀ ਰਚਿਆ ਹੈ ਨਾ ਜੀ ਸਾਡੀ ਇੰਡਸਟਰੀ ਦੇ ਵਿੱਚ, ਤੇ ਇਹ ਤੋਂ ਬਹੁਤ ਉਮੀਦਾਂ ਨੇ. ਐਂਡ ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਜਿਵੇਂ ਐਪਸ ਦੀ ਗੱਲ ਚੱਲਦੀ ਹੈ, ਫਿਟਨੈਸ ਦੀ ਗੱਲ ਚੱਲਦੀ ਹੈ, ਤੁਸੀਂ ਕੈਰੀ ਔਨ ਜੱਟਾ ਦੇਖ ਕੇ ਫਿੱਟ ਹੋ ਜਾਓਗੇ ਭਲਾਂ ਦੀ ਕਿੱਦਾਂ, ਕਿਉਂਕਿ ਉਹ 'ਚ ਹਾਸੇ ਇੰਨੇ ਆਉਣ ਵਾਲੇ ਆ, ਇੰਨਾ ਹਾਸਾ ਆਊਗਾ, ਤੁਹਾਡੇ ਐਪਸ ਬਣ ਜਾਣੇ ਜੀ. ਤਿਆਰ ਹੋ ਜਾਓ 29 ਜੂਨ ਨੂੰ. ਬਿਲਕੁਲ. ਸੋ ਉੱਥੇ ਟ੍ਰੇਲਰ ਲਾਂਚ ਹੋਇਆ ਜਦੋਂ ਬੰਬੇ, ਆਮਿਰ ਜੀ ਦੇ ਨਾਲ ਕਿਹੜੀ ਐਸੀ ਤੁਹਾਡੀ ਯਾਦ ਹੈ, ਕਿਉਂਕਿ ਤੁਸੀਂ ਉਹਨਾਂ ਨੂੰ ਮਿਲੇ, ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਸੋ ਕਿਸ ਤਰ੍ਹਾਂ ਲੱਗਾ ਉਹਨਾਂ ਨੂੰ ਮਿਲ ਕੇ, ਔਰ ਕਿ ਕੋਈ ਇਸ ਤਰ੍ਹਾਂ ਦੀਆਂ ਮੈਮਰੀਜ਼ ਜਾਂ ਸਾਰਾ ਪੂਰਾ ਦਾ ਪੂਰਾ ਜਿਹੜਾ ਮਾਹੌਲ ਸੀਗਾ ਸਾਰਾ ਮੈਮੋਰੇਬਲ? ਸਾਰੇ ਮੈਮੋਰੇਬਲ ਹੈ ਜੀ, ਕਿਉਂਕਿ ਐਡੇ ਲੈਜੈਂਡ ਨੂੰ ਆਪਣੇ ਕੋਲੇ ਇੰਨੀ ਨੇੜੇ ਦੇਖਣਾ, ਕਿਉਂਕਿ ਮੈਂ ਤਾਂ ਉਹਨਾਂ ਦੇ ਰਾਜਾ ਹਿੰਦੁਸਤਾਨੀ ਦਾ ਬੜਾ ਵੱਡਾ ਫੈਨ ਹੈ. ਰਾਜਾ ਪਰਦੇਸੀ ਮੈਂ ਉਹ ਦਿਨ ਗਾਉਣ ਵੀ ਲੱਗਿਆ ਸੀ ਗਾਦਾ, ਪਰ ਮੇਰਾ ਇੱਕ ਫੈਨ ਮੂਮੈਂਟ ਹੈ ਉਹ ਦਿਨ ਸਾਰੇ ਦਿਨ ਹੀ ਇੱਦਾਂ ਰਿਹਾ ਹੈ ਨਾ. ਰਾਤ ਤੱਕ ਜਾ ਕੇ ਅਸੀਂ ਉਹਨਾਂ ਦੇ ਘਰੇ ਡਿਨਰ ਕੀਤਾ, ਬੈਠੇ ਕੋਈ ਐਡੇ ਵੱਡੇ ਬੰਦੇ ਨੂੰ ਇੰਨੇ ਸਿੰਪਲਿਸਿਟੀ ਦੇ ਨਾਲ ਦੇਖਣਾ, ਇੰਨਾ ਕੋਲ ਬੈਠੇ ਸਾਡੇ ਜੋ ਉਹ ਗੱਲ ਹਜ਼ਮ ਨਹੀਂ ਹੋ ਰਹੀ ਸੀ. ਫਿਰ ਮੇਰੇ ਉਹ ਫੈਨ ਮੂਮੈਂਟ ਸੀਗੀ ਜੀ, ਔਰ ਇੰਨੀਆਂ ਜ਼ਿਆਦਾ ਫੋਟੋਆਂ ਕਰਾਈਆਂ ਸਾਨੂੰ, ਐਂ ਸੀ ਉਹ ਖਿੱਚ ਨਾ ਜਾਣ ਯਾਰ ਵੀ ਇੱਥੇ ਆਪਣੇ ਪੰਜਾਬੀ ਇੰਡਸਟਰੀ 'ਚ ਜਾਂ ਹੋਰ ਕਈ ਇੰਡਸਟਰੀ 'ਚ ਖਿੱਚ ਜਾਂਦੇ ਬੰਦੇ ਵੀ ਸਾਨੂੰ ਜੋ 2 ਫੋਟੋ ਕਰਾਉਣੇ ਯਾਰ ਹੋ ਤਾਂ ਗਈ ਤੇਰੀ. ਤਾਂ ਉਹਨਾਂ ਨੇ ਇੰਨੀਆਂ ਜ਼ਿਆਦਾ ਅਸੀਂ ਫੋਟੋ ਕਰਾਈਆਂ ਸਾਰਿਆਂ ਨੇ, ਉਹ 1% ਵੀ ਬੰਦੇ ਦੇ ਮੱਥੇ 'ਤੇ ਤਿਉੜੀ ਨਹੀਂ ਪਈ ਉਹਨਾਂ ਦੇ. ਔਰ ਸਾਨੂੰ ਵਾਰੀ ਇਕੱਲੇ ਨੂੰ ਆਪਣੇ ਬੰਗਲੋ ਦੇ ਥੱਲੇ ਛੱਡਣ ਆਏ ਕਾਰ 'ਚ ਵਾਰੀ, ਨਹੀਂ ਯਾਰ ਕਿਸੇ ਦੀ ਫੋਟੋ ਰਹਿ ਤਾਂ ਨਹੀਂ ਕਿ ਜੱਫੀਆਂ ਪਾ ਫੋਟੋ ਕਰਾਈਆਂ ਸੀ. ਉਹ ਤਾਂ ਸਾਰੀ ਜ਼ਿੰਦਗੀ ਲਈ ਇੱਕ ਯਾਦਗਾਰ ਬਣ ਗਈ ਜੀ. ਕੀ ਬਾਤ ਹੈ. ਸੋ ਲਾਸਟ ਕੁਐਸਚਨ ਮੇਰਾ ਤੁਹਾਡੇ ਤੋਂ ਮੈਮ, ਕਿ ਤੁਸੀਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ, ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਹੋ, ਕਿਉਂਕਿ ਸਾਡੇ ਪੰਜਾਬੀ ਜਿਹੜੇ ਲੋਕ ਨੇ ਤੁਹਾਨੂੰ ਕਿੰਨੇ ਕੁ ਪਸੰਦ ਆਏ, ਕਿਉਂਕਿ ਤੁਸੀਂ ਪਹਿਲਾਂ ਵੀ ਫਿਲਮ ਕੀਤੀ ਹੈ ਔਰ ਹੁਣ ਵੀ ਤੁਸੀਂ ਕਰ ਰਹੇ ਹੋ, ਸਾਹਮਣੇ ਆ ਰਹੇ ਹੋ, ਔਰ ਲੋਕ ਤੁਹਾਨੂੰ ਪਸੰਦ ਵੀ ਕਰ ਰਹੇ ਨੇ ਪੰਜਾਬੀ ਫਿਲਮਾਂ ਦੇ ਵਿੱਚ? ब्लेसिंग है, इट्स अ वेरी वेरी बिग ब्लेसिंग. पता है क्यों ज़्यादा? इसलिए क्योंकि मेरे ना पापा यहाँ पोस्टेड थे, ही वॉज इन द पुलिस, और वो पंजाब में पोस्टेड थे, और उनको इतना प्यार था पंजाबी से. वो बहुत, मेरे पापा बल्कि राजस्थानी है, अब तो खैर इस दुनिया में नहीं है, लेकिन पंजाबी बहुत अच्छी बोलते थे. तो आई यूज टू ऑलवेज लुक अप टू हिम. इनफैक्ट जो हरियाणवी भी कैरेक्टर मैंने प्ले किया, क्योंकि पापा जहाँ जहाँ पोस्टेड होते थे ना, वहाँ की भाषा बहुत ईजिली पिकअप कर लेते थे. आई थिंक इसलिए शायद मुझे थोड़ा भाषाएं पिकअप करने का हुनर अगर है तो है, उनकी वजह से है. तो जब वो थे मुझे बड़ा लगता था कि यार कोई पंजाबी कैरेक्टर करूँगी तो पापा को बहुत अच्छा लगेगा. एंड यू वोंट बिलीव, मेरे पापा गए 2016 में, एंड आई थिंक 2017 में आए, हमने करी है वेग बता. तो दिल को ना एक बड़ी वो टीस रहती है कि यार काश पापा भी देख पाते तो ही वुड हैव बीन वेरी प्राउड. पापा के जो फ्रेंड्स हैं, जो पंजाबीज़ हैं, जो सरदार्स हैं, वो अब तो खैर एज हो गई है सबकी बहुत ज़्यादा, बट यू नो मेरा बड़ा मन करता है कि वो लोग सब इकट्ठे, पापा भी हों, और वो मेरा इतना सब ये काम देखें, और अब ये इतनी बड़ी फिल्म कैरी ऑन जट्टा 3 अगर वो देखते साथ होते तो बहुत प्राउड फील होता. लेकिन फिर भी मुझे ये लगता है मेरे पापा की ब्लेसिंग है जो मुझे पंजाब से इतना प्यार मिल रहा है, क्योंकि पापा ने यहाँ सर्व किया है, पुलिस में थे, यहाँ बहुत उन्होंने काम किया है. सो आई फील वो ब्लेसिंग्स जो शायद मेरे पापा के हिस्से की थी वो मुझे मिली है. क्या बात है. सो ਇੱਕ ਸਵਾਲ ਜਾਂਦੇ ਇਹ ਮੈਚਿੰਗ ਕਦੋਂ ਹੋਈ ਹੈ, ਲਾਈਕ ਸਲਾਹ ਹੋਈ ਹੈ ਜਾਂ ਉਹ ਰੈਂਡਮਲੀ ਮੈਚ ਹੋ ਗਿਆ? ਨਹੀਂ, ਇਹ ਹੋਈ ਹੈ ਜੀ ਆਪਣੇ ਵੇਖ ਵਰਾਤਾ ਚੱਲੀਆਂ ਤੋਂ. ਨਹੀਂ, ਰੈਂਡਮਲੀ ਹੋ ਗਿਆ ਜੀ ਇੱਦਾਂ ਹੀ ਹੈ ਨਾ. ਇਹ ਦੇਖੋ ਜਦੋਂ ਤੁਸੀਂ ਇੰਨਾ ਇੱਕ ਟੱਬਰ ਇਕੱਠਾ ਰਹਿ ਲਏ ਇਸ ਤਰੀਕੇ ਨਾਲ ਆਪਸ ਤਾਂ ਆਪਦੇ ਆਪ ਹੀ, ਉਦੋਂ ਵੀ ਅਸੀਂ ਕਪਿਲ ਸ਼ਰਮਾ ਸ਼ੋਅ ਤੇ ਗਏ, ਉਦੋਂ ਵੀ ਸਾਡਾ ਕੋਈ ਪਲੈਨਿੰਗ ਨਹੀਂ ਸੀ, ਵਾਈਟ ਪਾਇਆ ਦੋਨਾਂ ਨੇ, ਤਾਂ ਅੱਜ ਬਲੈਕ ਪਾ ਕੇ ਆ ਗਏ. ਸੋ ਜਾਂਦੇ ਫਿਲਮ ਨੂੰ ਲੈ ਕੇ ਖਾਸ ਅਪੀਲ ਕਵਿਤਾ ਜੀ?
बहुत मज़ा आएगा आप सबको अपनी पूरी फैमिली के साथ, बच्चों के साथ, दादा दादी, नाना नानी, फ्रेंड्स, रिलेटिव्स, सबके साथ मिलके जाओ और एंटरटेन होगे आप लोग, बहुत हंसोगे। बड़े प्यार से, मेहनत से बनाई है हमने फिल्म। अब द फिल्म इज़ योर्स, प्लीज़ इंजॉय कैरी ऑन जट्टा 3। ਬਸ ਚੜ੍ਹਦੀਆਂ ਕਲਾ 'ਚ ਰਹੋ ਜੀ। 29 ਨੂੰ ਫਿਲਮ ਲੈ ਕੇ ਆ ਰਹੇ ਹਾਂ ਕੈਰੀ ਔਨ ਜੱਟਾ 3 ਐਂਡ ਬਹੁਤ ਉਮੀਦਾਂ ਨੇ ਤੁਹਾਨੂੰ। ਜਿੰਨੀਆਂ ਉਮੀਦਾਂ ਨੇ ਉਹਦੇ ਤੇ ਅਸੀਂ ਖਰੇ ਉਤਰਾਂਗੇ ਜ਼ਰੂਰ। ਜਾ ਕੇ ਆਪਣੇ ਬਾਕੀ ਦੱਸੀ ਤਾਂ ਬੱਚਿਆਂ ਨਾਲ, ਮਾਮਿਆਂ ਨਾਲ, ਮਾਮੀਆਂ ਨਾਲ, ਫੁੱਫੜਾਂ ਨਾਲ, ਸਾਰਿਆਂ ਨਾਲ ਜਾ ਕੇ ਪਰਿਵਾਰ ਦੇ ਦੇਖਣ ਵਾਲੀ ਫਿਲਮ ਹੈ। ਜਾ ਕੇ ਦੇਖ ਕੇ ਆਓ ਤੇ ਦੱਸੋ ਵੀ ਤੁਹਾਨੂੰ ਕਿੱਦਾਂ ਦੀ ਲੱਗੀ। ਚੜ੍ਹਦੀਆਂ ਕਲਾ 'ਚ ਰਹੋ। ਥੈਂਕ ਯੂ ਸੋ ਮਚ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਤੌਰ ਤੇ ਜੁੜਨ ਦੇ ਲਈ। ਸੋ ਇਹ ਸੀ ਜੀ ਮੇਰੇ ਨਾਲ ਕਵਿਤਾ ਕੌਸ਼ਿਕ ਜੀ ਤੇ ਬਿੰਨੂ ਢਿੱਲੋਂ ਜੀ, ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਗੱਲਾਂ ਬਾਤਾਂ ਕੀਤੀਆਂ ਨੇ। ਢਿੱਡੀ ਪੀੜਾ ਪਾਉਣ ਦੇ ਲਈ ਹੋ ਜੋ ਤੁਸੀਂ ਵੀ ਤਿਆਰ। ਸਿਨੇਮਾ ਘਰਾਂ ਦੇ ਵਿੱਚ ਫਿਲਮ ਆ ਰਹੀ ਹੈ ਕੈਰੀ ਔਨ ਜੱਟਾ 3 ਤੇ ਹੁਣ ਇੰਤਜ਼ਾਰ ਬਹੁਤ ਜ਼ਿਆਦਾ ਹੈ ਤੇ ਖਤਮ ਹੋਣ ਵਾਲਾ ਹੈ। ਤੇ ਹੁਣ ਮੈਨੂੰ ਲੱਗਦਾ ਹੈ ਕਿ ਅਸੀਂ ਗੱਲਾਂ ਬਾਤਾਂ ਵੀ ਕਰ ਲਈਆਂ, ਤੁਸੀਂ ਗੱਪਾਂ ਸ਼ੱਪਾਂ ਵੀ ਸੁਣ ਲਈਆਂ ਕਿ ਹੁਣ ਕਿਉਰਿਓਸਿਟੀ ਜਿਹੜੀ ਉਹ ਦੁੱਗਣੀ ਚੌਗਣੀ ਹੋ ਗਈ ਹੈ। ਸੋ ਇੰਤਜ਼ਾਰ ਖਤਮ ਹੋਣ ਵਾਲਾ ਹੈ। ਜਲਦੀ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਪਹੁੰਚਣਾ 29 ਜੂਨ ਨੂੰ। ਹੁਣ ਮੈਨੂੰ ਯਾਨੀ ਕਿ ਮਨਪ੍ਰੀਤ ਨੂੰ ਦਿਓ ਇਜਾਜ਼ਤ। ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੁੱਲਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।